ਪਹਿਲਾਂ ਮੈਂ ਗੁਰਦੁਆਰੇ ਦੁੱਖ ਨਿਵਾਰਨ ਸਾਹਿਬ ਜਦ ਹੈਡ ਗ੍ਰੰਥੀ ਹੁੰਦਾ ਸੀ, ਮੈਨੂੰ ਗੋਲਕਾਂ ਜਦ ਗਿਣਦੇ ਸੀ, ਮੈਨੂੰ ਮੈਨੇਜਰ ਸਾਹਿਬ ਨੇ ਕਹਿਣਾ ਚਲੋ ਤੁਸੀਂ ਗਿਆਨੀ ਜੀ ਆਪ ਜਿਹੜੇ ਨੋਟ ਪੁਰਾਣੇ ਪਾਟੇ ਜਿਹੇ ਲੋਕ ਚੜਾਉਂਦੇ ਇਹੀ ਕਿ ਸੈੱਟ ਕਰਕੇ ਰੱਖ ਦਿਓ, ਬਸ ਤੁਹਾਡੀ ਡਿਊਟੀ ਇੰਨੀ ਆ। ਉਹ ਜਦੋਂ ਮੈਂ ਇਕੱਠੇ ਕਰੀ ਮੈਨੂੰ ਨਾਲ ਨਾਲ ਥੋੜ੍ਹਾ ਜਿਹਾ ਗੁੱਸਾ ਵੀ ਆਈ ਜਾਣਾ, ਬਈ ਯਾਰ ਅਸੀਂ ਤਾਂ ਨਵਾਂ ਨੋਟ ਚੜਾਉਣੇ, ਲੋਕ ਮਹਾਰਾਜ ਨੂੰ ਪਤਾ ਨਹੀਂ ਕੀ ਸਮਝਦੇ ਆ, ਪਾਟਿਆ ਨੋਟ ਚੜਾਉਣਾ ਮਹਾਰਾਜ ਨੂੰ। ਮੈਂ ਵੀ ਉੱਥੇ ਕਥਾ ਵੀ ਮੈਂ ਹੀ ਕਰਨੀ ਹੁੰਦੀ ਸੀ। ਫਿਰ ਮੈਂ ਸੰਗਤ ਨੂੰ ਕਹਿ ਤਾ ਵੀ ਜੇ ਪਾਟੇ ਚੜਾਓਗੇ ਪਾਟੇ ਹੀ ਮਿਲਣਗੇ ਤੁਹਾਨੂੰ, ਤੁਹਾਡੇ ਇੰਨੀ ਵੀ ਸ਼ਰਧਾ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਪਹਿਲਾਂ ਤਾਂ ਆਪਣੇ ਪਰਸ ਵਿੱਚੋਂ ਫਰੋਲ ਕੇ, ਹੁਣ ਤਾਂ ਸੁੱਖ ਨਾਲ 1 ਰੁਪਏ 2 ਰੁਪਏ ਵਾਲੇ ਨੋਟ ਬੰਦ ਹੋ ਗਏ, ਨਹੀਂ ਤਾਂ ਤੁਸੀਂ ਉਹੀ ਕੱਢਦੇ। ਮੇਰੇ ਵੇਲੇ ਦਫ਼ਤਰ ਦੇ ਵਿੱਚੋਂ ਜਿੱਥੇ ਖਜ਼ਾਨਚੀ ਸੀ ਉੱਥੇ ਲੋਕਾਂ ਨੇ ਆਉਣਾ, ਆਹ ਦਹੀਂ 10 ਰੁਪਏ ਦੀਆਂ ਪੰਜੀਆਂ। ਮੈਂ ਕਿਹਾ ਪੰਜੀਆਂ ਕੀ ਕਰਨੀਆਂ? ਕਹਿੰਦਾ ਮੱਥਾ ਟੇਕਣ ਨੂੰ। ਇਹ ਦੇਖ ਲਓ, ਜੇ ਵਿਆਹ ਆ ਗਿਆ ਫਿਰ ਜਾਣਗੇ ਬੈਂਕ 'ਚ, ਆਹ ਦਹੀਂ ਨਵੇਂ ਨੋਟਾਂ ਦੀ ਥਹੀ 100 ਵਾਲਿਆਂ ਦੀ ਐ ਸੁੱਟਣਗੇ ਬਾਰ-ਬਾਰ ਕੇ। ਫਿਰ ਤੁਹਾਡੇ ਜਿਹੜੇ ਦਿਮਾਗਾਂ ਦੇ ਨਾ ਪੁਆਇੰਟ ਥੋੜ੍ਹੇ ਠੀਕ ਕਰਨ ਵਾਲੇ ਆ। ਸਾਡੇ ਘਰੇ ਪੱਖਾ ਲਾਉਣ ਆ ਗਿਆ ਬੰਦਾ, ਨਵਾਂ ਪੱਖਾ, ਉਹ ਲਾ ਲੂ ਕੇ ਚਲਾ ਗਿਆ, ਚਲਾਇਆ ਉਹ ਪੁੱਠਾ ਹੀ ਚੱਲੇ। ਫਿਰ ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਤਾਂ ਚੱਲਦਾ ਹੀ ਪੁੱਠਾ। ਕਹਿੰਦਾ ਉਹ ਤਾਰਾਂ ਪੁੱਠੀਆਂ ਲੱਗ ਗਈਆਂ। ਮੈਂ ਕਿਹਾ ਜਿਵੇਂ ਅੱਜ ਕੱਲ੍ਹ ਲੋਕਾਂ ਨੂੰ ਲੱਗੀਆਂ ਹੋਈਆਂ? ਕਹਿੰਦਾ ਹਾਂ, ਤੁਹਾਡੀਆਂ ਵੀ ਤਾਰਾਂ ਜਿਹੜੀਆਂ ਪੁੱਠੀਆਂ ਜ਼ਿਆਦਾ ਲੱਗੀਆਂ ਹੋਈਆਂ, ਇਹਨੂੰ ਠੀਕ ਕਰ ਲਓ। ਜਿਹਾ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ, ਧਿਆਨ ਰੱਖ ਲਿਓ। ਇਹ ਬਹੁਤ ਕੁਝ ਦੇਖਿਆ, ਬਹੁਤ ਸਾਰੀਆਂ ਸਾਖੀਆਂ ਨੇ, ਕਿਉਂਕਿ ਟਾਈਮ ਆਪਣੇ ਕੋਲ ਹੁੰਦਾ ਕੀ ਹੈ। ਮੈਨੂੰ ਕਹੇ ਸੀ ਹੁਣ ਪਹਿਲਾਂ ਬਾਬਾ ਜੀ ਉਹ ਲੱਗਣਗੇ, ਫਿਰ ਤੁਹਾਡੀ ਵਾਰੀ ਆ 3 ਵਜੇ ਤੋਂ 4 ਵਜੇ ਤੱਕ। ਪਹਿਲਾਂ ਤਾਂ ਮੈਂ ਕਹਿਣਾ ਹੁੰਦਾ ਮੇਰੇ ਸਰੀਰ ਨਹੀਂ ਠੀਕ, ਮੈਂ ਢਿੱਲਾ ਜਿਹਾ, ਮੈਂ ਅੱਧਾ ਘੰਟਾ ਹੀ ਲਾਊਂਗਾ, ਚਲੋ ਕੋਈ ਨਹੀਂ, ਉਹ ਤਾਂ ਮਹਾਰਾਜ ਜਾਣਦੇ। ਔਰ ਮੈਂ ਕਈ ਵਾਰ ਸਟੇਜ 'ਤੇ ਕਿਹਾ ਵੀ ਜਦ ਮੈਨੂੰ ਟਾਈਮ ਦੇਣਾ ਹੁੰਦਾ ਤਾਂ ਸਟੇਜ ਸੈਕਟਰੀ ਇਹ ਕਹੇ ਬਈ ਹੁਣ ਲੱਗਣਗੇ ਗਿਆਨੀ ਜੀ, ਹਟਣ ਵਾਲਾ ਇਹਨਾਂ ਦਾ ਆਪਣਾ ਹਿਸਾਬ ਹੈ। ਫਿਰ ਮੈਂ ਭਾਵੇਂ 5 ਵਜੇ ਤੱਕ ਕਥਾ ਕਰਾਂ। ਇਸ ਕਰਕੇ ਇਹ ਗੱਲ ਦਾ ਖਿਆਲ ਰੱਖਣਾ, ਇੰਨਾ ਸਾਲ ਬਾਅਦ ਤਾਂ ਆਪਾਂ ਇੱਕ ਕਥਾ ਕਰਨੀ ਹੈ, ਤੇ ਸਾਲ ਬਾਅਦ ਤੁਸੀਂ ਇੱਕ ਕਥਾ ਜਿਹੜੀ ਹੈ ਉਹ ਵੀ ਕਹੋਗੇ ਘੱਟ ਟਾਈਮ ਕਰੀਏ, ਇਹ ਨਹੀਂ ਸਰਨਾ ਆਪਣਾ। ਇਸ ਕਰਕੇ ਸਾਰੀ ਸੰਗਤ ਇਸ ਗੱਲ ਦਾ ਖਿਆਲ ਰੱਖੋ। ਸਤਿਯੁਗ ਦੇ ਵਿੱਚ ਲੋਕ ਜਿਹੇ ਜਿਹੇ ਸੀ, ਫਿਰ ਤ੍ਰੇਤੇ ਵਿੱਚ ਤ੍ਰੇਤਾ, ਫਿਰ ਜੱਗ ਚੱਲ ਪਏ, ਫਿਰ ਦੁਆਪਰ ਦੇ ਪੂਜਾ ਚੱਲ ਪਈ, ਫਿਰ ਕਲਯੁਗ ਦੇ ਵਿੱਚ ਇੱਕ ਨਾਮ ਦਾ ਆਧਾਰ ਹੈ। ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਸੁਣਨਾ, ਬਾਣੀ ਨੂੰ ਮੰਨਣਾ, ਇਹ ਅਲੱਗ ਚੀਜ਼ ਹੈ। ਤੁਸੀਂ ਬਾਣੀ ਵੀ ਪੜ੍ਹਦੇ ਹੋ ਪਰ ਮਰਜ਼ੀਆਂ ਆਪਣੀਆਂ ਕਰਦੇ ਹੋ, ਇਹ ਤੁਹਾਡਾ ਅਲੱਗ ਮੈਟਰ ਹੈ। ਬਾਣੀ ਦੇ ਅੰਦਰ ਸਤਿਗੁਰੂ ਮਹਾਰਾਜ ਨੇ, ਜਿਵੇਂ ਜਦੋਂ ਮੈਂ ਲੜੀਵਾਰ ਕਥਾ ਕੀਤੀ ਮੈਨੂੰ ਉਦੋਂ ਬਹੁਤ ਕੁਝ ਮਿਲ ਗਿਆ ਸੀ। ਮਹਾਰਾਜ ਨੇ ਬਚਨ ਜਿਵੇਂ ਕੀਤਾ, ਆਸਾ ਮਹੱਲਾ 5ਵਾਂ, ਸੂਖ ਸਹਿਜ ਆਨੰਦ ਘਣਾ ਹਰ ਕੀਰਤਨ ਗਾਓ। ਧਿਆਨ ਨਾਲ ਸੁਣੋ, ਫਿਰ ਸੁਣੋ। ਆਸਾ ਮਹੱਲਾ 5ਵਾਂ ਕਹਿੰਦੇ ਸੂਖ ਸਹਿਜ ਆਨੰਦ ਘਣਾ ਹਰ ਕੀਰਤਨ ਗਾਓ। ਕੀ ਕਿਹਾ? ਸੂਖ ਸਹਿਜ ਆਨੰਦ ਘਣਾ ਹਰ ਕੀਰਤਨ ਗਾਓ। ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ। ਮੈਂ ਸੋਚਦਾ ਸੀ ਬਾਣੀ ਕਹਿੰਦੇ ਗ੍ਰਹਿ ਹੁੰਦੇ ਹੀ ਨਹੀਂ। ਜਦ ਗੁਰੂ ਸਾਹਿਬ ਦੇ 5ਵੇਂ ਪਾਤਸ਼ਾਹ ਸ਼ਬਦ ਪੜ੍ਹਿਆ ਤਾਂ ਉੱਥੇ ਲਿਖਿਆ ਗ੍ਰਹਿ ਨਿਵਾਰੇ ਸਤਿਗੁਰੂ। ਕਿਵੇਂ? ਦੇ ਆਪਣਾ ਨਾਮ। ਉਹਦੇ ਲਿਖਿਆ ਸੀ ਸਗਨ ਅਪ ਸਗਨ ਤਿਸ ਕੋ ਲੱਗਾ ਜੀ ਚੀਤ ਨਾ ਆਵੈ। ਅੱਗੇ ਅਖੀਰ ਤੇ ਜਾ ਕੇ ਲਿਖਿਆ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ, ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਭ੍ਰਮ ਬਿਨਸੇ ਮੋਹ ਗਏ ਕਿਛ ਦਿਸਾ ਨਾ ਬੀਆ, ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁੱਖ ਨਾ ਥੀਆ। ਇਹ ਸ਼ਬਦ ਕੱਢ ਲਓ। ਹੁਣ ਤਾਂ ਸਾਰਿਆਂ ਕੋਲ ਆਈ ਗ੍ਰੰਥ ਹੈ, ਨੈਟ ਦੇ ਵਿੱਚ 4 ਅੱਖਰ ਲਿਖੋ, ਜਦ ਇਹ ਸ਼ਬਦ ਬਾਹਰ ਆ ਜਾਂਦਾ। ਹੁਣ ਤਾਂ ਮੌਜ ਹੀ ਬੜੀ ਹੈ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਤੋਂ ਸਭ ਥੱਲੇ ਹੈ। ਮੇਰੇ ਤਾਏ ਦਾ ਲੜਕਾ ਹੁਣ ਵੀ ਇਹ ਨਰਵਾਣੇ ਸ਼ਹਿਰ 'ਚ ਹਰਿਆਣੇ 'ਚ, ਉਹਨੇ ਮੈਨੂੰ ਮਹੀਨਾ ਕੁ ਪਹਿਲਾਂ ਹੀ ਫੋਨ ਤੇ ਗੱਲ ਦੱਸੀ, ਕਹਿੰਦਾ ਮੈਂ ਤਾਂ ਸਰੀਰ ਛੱਡ ਗਿਆ ਸੀ। ਮੈਂ ਕਿਹਾ ਕਿਵੇਂ? ਕਹਿੰਦਾ ਮੇਰੇ ਦਾ ਟੀਕਾ ਲਾਇਆ ਡਾਕਟਰ ਨੇ ਪੈਨਸਲੀਨ ਦਾ, ਮੇਰੇ ਫੁੰਸੀਆਂ ਜਿਹੀਆਂ ਹੋ ਗਈਆਂ, ਤੇ ਕਹਿੰਦਾ ਥੋੜੇ ਚਿਰ ਦੀ ਗੱਲ ਹੀ ਆ। ਕਹਿੰਦਾ ਮੈਨੂੰ ਟੈਸਟ ਕੀਤਾ ਤਾਂ ਉਹ ਠੀਕ ਸੀਗਾ, ਜਦ ਸਾਰਾ ਟੀਕਾ ਲਾਇਆ ਮੈਂ ਤਾਂ ਅੱਖਾਂ ਮੂਹਰੇ ਹਨੇਰਾ ਮੇਰਾ ਡਿੱਗ ਪਿਆ। ਕਹਿੰਦਾ ਮੇਰੀ ਆਤਮਾ ਨਿਕਲ ਗਈ। ਕਹਿੰਦਾ ਮੈਂ ਤਾਂ ਉੱਥੇ ਹੀ ਸੰਤਾਂ ਦੇ ਸਥਾਨ ਤੇ ਮੇਰੀ ਆਤਮਾ ਪਹੁੰਚ ਗਈ, ਅੱਗੋਂ 3 ਸੰਤ ਬੈਠੇ। ਕਹਿੰਦੇ ਤੂੰ ਕਿੱਧਰ ਆਉਣਾ, ਤੂੰ ਤਾਂ ਹਲੇ ਹੋਰ ਰਹਿਣਾ। ਕਹਿੰਦੇ ਆ ਪਰਚੀ ਜੀ ਲਈ ਬੈਠੇ ਸੀ ਇੱਕ, ਕਹਿੰਦੇ ਆ ਪਾੜ ਤੇ ਲੈ ਜਾ, ਉੱਥੇ ਮੁੜ ਜਾ ਵਾਪਸ। ਕਹਿੰਦੇ ਮੈਂ ਮੁੜ ਕੇ ਸਰੀਰ 'ਚ ਆ ਗਿਆ। ਫਿਰ ਕਹਿੰਦਾ ਡਾਕਟਰ ਦੇ ਟੀਕੇ ਤੇ ਟੀਕਾ ਹੱਥਾਂ ਪੈਰਾਂ ਦੀ ਪਈ ਉਹਨੂੰ। ਮੈਂ ਕਿਹਾ ਊਂ ਨਾ ਕਿਸੇ ਨੂੰ ਸੁਣਾ ਦੀ, ਤੇਰੇ ਮਗਰ ਪੈ ਜਾਣਗੇ ਲੋਕ ਵੀ ਅੱਜ ਕੱਲ੍ਹ ਵੀ ਇਹੋ ਜਿਹਾ ਕੁਛ ਹੁੰਦਾ ਹੈ, ਵੀ 21ਵੀਂ ਸਦੀ ਚੱਲਦੀ ਆ। ਪਤਾ ਨਹੀਂ 21ਵੀਂ ਸਦੀ ਨੂੰ ਕੀ ਕਰੰਟ ਲੱਗਿਆ ਹੋਇਆ। 21ਵੀਂ ਤੁਹਾਡੇ ਸਾਹਮਣੇ ਹੀ ਆ, ਇਹਦਾ ਦੇਖਿਓ ਕੀ ਬਣਦਾ 21ਵੀਂ ਦਾ। ਬਾਹਲਾ ਵੀ ਕਾਹਨੂੰ ਡਰਾਉਣਾ ਤੁਹਾਨੂੰ, ਐਵੇਂ ਫਿਰ ਕਹੋਗੇ ਡਰਾਈ ਜਾਂਦਾ। ਆ ਪਾਣੀ ਪੂਣੀ ਦੇਖੋ ਕਿੰਨਾ ਕਾਇਆ ਹੋਇਆ, ਇਹ ਤਾਂ ਜਮਾਂ ਹੀ 21ਵੀਂ ਦਾ, ਹੋਰ ਹੀ ਕੁਛ ਹੋਣਾ ਦਾ। ਅੜਦੇ ਨਹੀਂ ਤੁਸੀਂ, ਆਪੇ ਹੀ ਸਦੀਆਂ ਬੁਲਾਉਂਦੇ ਹੋ। ਉਹਦਾ ਮਹਾਂਪੁਰਖਾਂ ਨੇ ਏਡੇ ਏਡੇ ਲੰਗਰ ਲਾਏ, ਬਹੁਤ ਵੱਡੇ ਵੱਡੇ ਲੰਗਰ ਲਾਏ। ਕਹਿੰਦੇ ਭਾਈ ਗਰੀਬਾਂ ਨੂੰ ਕੱਪੜਾ ਵੀ ਵੰਡ ਦਈਏ? ਕਹਿੰਦੇ ਹਾਂ ਜੀ। ਭਾਈ ਗਰੀਬਾਂ ਨੂੰ ਜੋੜੇ ਵੀ ਵੰਡ ਦਈਏ? ਹਾਂ ਜੀ। ਬਾਹਲੀ ਗਰੀਬੀ ਸੀ ਮਾਲ ਵਿੱਚ। ਹੁਣ ਵੀ ਮੈਂ ਕਹਿਣਾ ਹੁੰਦਾ ਦੁਆਬੇ 'ਚ ਹਲੇ ਦੁਆਬਾ ਤੇ ਮਾਝਾ, ਦੁਆਬੇ 'ਚ ਬੈਂਕ ਵਾਲੇ ਕਿਸਾਨਾਂ ਨੂੰ ਕਹਿੰਦੇ ਕਰਜ਼ਾ ਲੈ ਲਓ, ਉਹ ਕਹਿੰਦੇ ਤੁਸੀਂ ਸਾਤੋਂ ਲੈ ਲਓ, ਕਿਉਂਕਿ ਦੁਆਬੇ ਤਾਂ ਸਾਰੇ ਬਾਹਰ ਬੈਠੇ ਆ, ਪੈਸੇ ਹੀ ਬਹੁਤ ਹੈ ਇਹਨਾਂ ਕੋਲੇ। ਉਹ ਕਹਿੰਦੇ ਬੈਂਕ ਵਾਲੇ ਨੂੰ ਕਹਿੰਦੇ ਸਾਤੋਂ ਲੈ ਲਓ ਜਿਹੜਾ ਕਰਜ਼ਾ ਲੈਣਾ, ਸਾਡੇ ਕੋਲ ਪੈਸਾ ਬਹੁਤ ਆ। ਮਾਝੇ ਵਾਲੇ ਵੀ ਠੀਕ ਆ, ਮਾਲਵਾ ਅੱਧਾ ਕੁ ਠੀਕ ਆ। ਮਾਲਵਾ ਦੁਫਾੜ ਕਿਹਾ ਨਾ, ਪਰ ਉਹ ਪਰਲੇ ਪਾਸੇ ਜਾਓ, ਸੰਗਰੂਰ, ਮਾਨਸਾ, ਬਠਿੰਡਾ, ਭੀਖੀ, ਚੀਮਾ, ਅਸੀਂ ਉੱਧਰ 3000 ਪਰਿਵਾਰ ਲੱਭਿਆ ਜਿਹਦੇ ਇੱਕ ਘਰ 'ਚ ਇੱਕ ਮਾਈ ਬੈਠੀ ਆ, ਉਹ ਵੀ ਅੰਨੀ, ਜਾਂ ਇੱਕ ਬਜ਼ੁਰਗ ਬੈਠਾ, ਕਿਸੇ ਘਰ ਵਿੱਚ 2 ਜੀ ਬੈਠੇ ਨੇ, ਕਿਸੇ 'ਚ ਸੰਗਲ ਪਾਏ ਹੋਏ ਨੇ। ਉਹਨਾਂ ਨੂੰ ਰਾਸ਼ਨ ਦੇਣਾ ਸ਼ੁਰੂ ਕੀਤਾ, ਬਸਤਰ ਦੇਣੇ ਸ਼ੁਰੂ ਕੀਤੇ। ਉਸ ਵਕਤ ਸਾਧ ਸੰਗਤ ਮਹਾਂਪੁਰਖਾਂ ਨੇ ਵੀ ਕਿਹਾ ਭਾਈ ਸਾਰੀਆਂ ਬੀਬੀਆਂ ਮਸ਼ੀਨਾਂ ਚੱਕ ਲਿਆਓ ਆਪਣੀਆਂ, ਕੱਪੜਾ ਲਿਆ। ਤਾਂ ਮਾਤਾ ਹੁਣੀਆਂ 5 ਭੈਣਾਂ ਸੀ, ਇਹਨਾਂ ਨੇ ਦਿਨ ਰਾਤ ਇੱਕ ਕਰਕੇ ਬਹੁਤ ਬਸਤਰ ਸਿਉਂਤੇ, ਬੜੇ ਬਸਤਰ ਸਿਉਂਤੇ। ਟਰਾਲੀ 'ਚ ਭਰਦੇ, ਪਿੰਡਾਂ 'ਚ ਲੈ ਕੇ ਜਾਂਦੇ, ਸਰਪੰਚ ਨੂੰ ਪੁੱਛਦੇ ਵੀ ਕੌਣ ਗਰੀਬ ਆ ਉਰੇ। ਮਹਾਂਪੁਰਖਾਂ ਨੇ ਕਿਹਾ ਅਸੀਂ ਗਰੀਬ ਦੇ ਪਹਿਲਾਂ ਜਾ ਕੇ ਪੈਰੀਂ ਹੱਥ ਲਾਉਣਾ, ਫਿਰ ਜੋੜਾ ਪਵਾਇਓ, ਕੁੜਤਾ ਪਜਾਮਾ ਪਵਾਇਓ, ਹੱਥ ਜੋੜ ਕੇ ਨਾਲ ਭਾਈ ਬਣਦਾ ਸਰਦਾ ਜੋ ਵੀ ਦੇ ਦਿਓ। ਐਂ ਕਰਦੇ ਸੀ ਗਰੀਬਾਂ ਦੀ ਮਦਦ। ਉਹਨਾਂ ਨੇ ਆਪਣੇ ਸਥਾਨ ਤੋਂ ਲੈ ਕੇ 100 ਕਿਲੋਮੀਟਰ ਦੇ ਏਰੀਏ ਤੱਕ ਕੱਪੜਾ ਵੰਡਿਆ। ਨਾਲ ਇਹ ਵੀ ਵਚਨ ਕਰਤਾ ਵੀ 100 ਕਿਲੋਮੀਟਰ ਤੱਕ ਦੁਨੀਆ ਤੇ ਜਿੰਨੀ ਮਰਜ਼ੀ ਅੱਗ ਲੱਗ ਜੇ, ਇਹ 100 ਕਿਲੋਮੀਟਰ ਨਹੀਂ ਕੁਛ ਹੁੰਦਾ, ਇਹ ਬਚਿਆ ਰਹੂਗਾ ਸਭ ਕੁਛ। ਉਹ ਇਹ ਬਾਹਰ ਹੁੰਦੇ ਨੇ। ਜਦੋਂ ਮਾਤਾ ਹੁਣਾਂ ਨੇ ਬਸਤਰ ਸਿਉਂ ਕੇ ਸਾਰੀ ਖੁਸ਼ੀਆਂ ਲੈ ਲਈਆਂ, ਕਹਿ ਲੈ ਭਾਈ ਹੁਣ ਭੁਜੰਗੀ ਆਊਗਾ ਤੇਰੇ, 3 ਪੀੜ੍ਹੀਆਂ ਨਾਂ ਰੋਸ਼ਨ ਕਰੂਗਾ। ਜਾਂ ਪਹਿਲਾਂ ਹੀ ਬਚਨ ਹੋ ਗਏ, ਹੋਰ ਵੀ ਕਈ ਕਰਤੇ ਸੀ ਬਚਨ ਪਹਿਲਾਂ ਹੀ। ਜਨਮ ਹੋਇਆ ਤਾਂ ਮਾਤਾ ਰੋਈ ਜਾਇਆ ਕਰੇ ਵੀ ਪਿਤਾ ਜੀ ਖਿਡਾਰੀ ਸੀ, ਉਹ ਬਾਹਰ ਹੀ ਰਹਿੰਦੇ ਸੀ ਜ਼ਿਆਦਾ, ਇਹ ਰੋਟੀ ਕਿਵੇਂ ਚੱਲੂ, ਨਿਆਣਾ ਤਾਂ ਹੋ ਗਿਆ। ਫਿਰ ਸੰਤਾਂ ਨੇ ਸੁਨੇਹਾ ਭੇਜਿਆ ਮੇਰੇ ਨਾਨੇ ਕੋਲੇ, ਕਹਿੰਦੇ ਜਾ ਹਰਨਾਮ ਸਿੰਘ ਉਹਨੂੰ ਕਹਿ ਕੇ ਆ, ਕੁੜੀ ਨੂੰ ਉਹ ਰੋਂਦੀ ਰਹਿੰਦੀ ਰਾਤ ਨੂੰ ਵੀ ਇਹ ਮੁੰਡੇ ਦਾ ਤਾਂ ਘਰੇ ਲਿਖਿਆ ਹੀ ਨਹੀਂ ਹੈ ਖਾਣਾ ਦਾਣਾ, ਤੂੰ ਕਾਹਨੂੰ ਰੋਈ ਜਾਂਦੀ ਹੈ, ਇਹ ਤਾਂ ਖਾਊਗਾ ਹੀ ਬਾਹਰ। ਮੈਂ ਤਾਂ ਆਪਦੇ ਘਰੇ ਰੋਟੀ ਖਾਧੀ ਵੀ ਨਹੀਂ ਕਦੇ, ਬਹੁਤ ਘੱਟ ਰੋਟੀ ਖਾਧੀ ਮੈਂ ਆਪਦੇ ਘਰੇ। ਮੇਰਾ ਤਾਂ ਰਾਸ਼ਨ ਨਹੀਂ ਪਤਾ ਨਹੀਂ, ਮੈਂ ਰੋਜ਼ ਰੱਬ ਨੂੰ ਕਹਿੰਦਾ ਅੱਜ ਕਿਹੜੀ ਸੜਕ ਦਿਖਾਉਣੀ ਹੈ ਨਵੀਂ,
ਅੱਜ ਕਿਹੜਾ ਜਹਾਜ਼ ਚੜਾਉਣਾ ਹੈ, ਅੱਜ ਕਿਹੜੇ ਥਾਂ ਬਹਾ ਕੇ। ਰੱਬ ਜਾਣਦਾ ਵੀ ਕਿੰਨੀਆਂ ਫਲਾਈਟਾਂ ਤੇ ਕਿੰਨੇ ਵਰਲਡ ਦੇ ਵਿੱਚ ਦੇਸ਼ ਤੇ ਕਿੰਨੇ ਸ਼ਹਿਰ, ਕਿੰਨੀਆਂ ਪਹਾੜੀਆਂ ਏਰੀਆ ਵਿੱਚ ਜਾ ਕੇ ਇਹ ਜੇ ਥਾਂ ਕਥਾ ਕਰਵਾਤੀ ਮਹਾਰਾਜ ਨੇ। ਇਹ ਕਿੱਥੋਂ ਬਖਸ਼ਿਸ਼ ਹੋਈ ਹੈ? ਸਾਧੂਆਂ ਤੋਂ ਹੋਈ ਹੈ। ਉਧਰੋਂ ਬਾਬਾ ਆਨੰਦ ਸਿੰਘ ਦੀ ਕਿਰਪਾ ਹੋਈ, ਇਧਰੋਂ ਇਹਨਾਂ ਮਹਾਂਪੁਰਖਾਂ ਦੀ ਕਿਰਪਾ ਹੋਈ, ਫਿਰ ਜਿੰਨਿਆਂ ਦੀ ਸੰਗਤ ਹੋਈ, ਬਾਅਦ ਵਿੱਚ ਮੈਨੂੰ ਆਪ ਨੂੰ ਸੰਗਤ ਹੋਈ। ਫਿਰ ਸੰਤ ਕਰਤਾਰ ਸਿੰਘ ਜੀ ਖਾਲਸਾ ਨਾਲ ਮੈਂ ਪਟਿਆਲੇ 1974 ਚ ਅੰਮ੍ਰਿਤ ਛਕ ਕੇ ਚਲਿਆ ਗਿਆ। ਫਿਰ ਸੰਤ ਜਰਨੈਲ ਸਿੰਘ ਜੀ ਖਾਲਸਾ ਨਾਲ ਸੰਗਤ ਕੀਤੀ, ਉਹਨਾਂ ਦੇ ਨਾਲ ਕਰਕੇ ਫਿਰ ਸਾਨੂੰ ਇੱਕ ਹਸੀਨ ਹੈੱਡਕੁਆਟਰ ਸੀ, ਉੱਥੇ ਕੁੱਲ ਟੋਟਲ ਸੰਤ ਆਉਂਦੇ ਸੀ, ਕੁੱਲ ਟੋਟਲ, ਕੀ ਰਾੜੇ ਵਾਲੇ, ਕੀ ਕਲੇਰਾਂ ਵਾਲੇ, ਹਰੇਕ ਮਹਾਤਮਾ ਜੋੜ ਮੇਲੇ ਤੇ ਆਉਂਦਾ ਸੀ, ਸਾਰਿਆਂ ਨੂੰ ਮਿਲਦੇ ਸੀ। ਜਿੰਨੀ ਵੀ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਆਉਂਦੀਆਂ ਸੀ ਸਾਡੇ ਕੋਲੇ ਜੋੜ ਮੇਲੇ ਤੇ। ਬਹੁਤ ਬ੍ਰਹਮ ਗਿਆਨੀਆਂ ਦੇ ਦਰਸ਼ਨ ਕੀਤੇ ਉਦੋਂ, ਤੁਸੀਂ ਨਹੀਂ ਕੀਤੇ। ਬਾਬਾ ਬੇਸ਼ਨ ਸਿੰਘ ਜੀ, ਬਾਬੇ ਬਕਾਲੇ ਵਾਲੇ ਅਤ ਉੱਚ ਕੋਟੀ ਦੇ ਮਹਾਂਪੁਰਖ ਸੀ। ਉਹ ਮੜੀਆਂ ਵਾਲੇ ਮਹਾਂਪੁਰਖ ਸੀ ਵੱਡੇ। ਹੋਰ ਕਿਤਨੇ ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀਏ ਮਹਾਂਪੁਰਖ ਸੀਗੇ। ਬਾਬਾ ਦਇਆ ਸਿੰਘ ਜੀ ਸੰਗਤ ਕੀਤੀ, ਕਿੰਨੇ ਕਿੰਨੇ ਮਹਾਂਪੁਰਖ। ਬਾਬਾ ਸ਼ੀਸ਼ਾ ਸਿੰਘ ਜੀ, ਬਾਬਾ ਕਾਰ ਸੇਵਾ ਵਾਲੇ ਸਹਾਇ ਮਹਾਂਪੁਰਖ, ਕਿਉਂਕਿ ਹਰੇਕ ਜਾਣਾ ਮਹਿਤੇ ਜੋੜ ਮੇਲੇ ਜ਼ਰੂਰ ਆਉਂਦਾ ਸੀ। ਸੋ ਇਸ ਕਰਕੇ ਸਾਧ ਸੰਗਤ ਨਾਮ ਵੀ ਨਹੀਂ ਗਿਣੇ ਜਾ ਸਕਦੇ, ਇਹ ਕੁਦਰਤ ਵੱਲੋਂ ਹੈ। ਤੁਸੀਂ ਜੋ ਮੰਗਦੇ ਹੋ ਰੱਬ ਤੁਹਾਨੂੰ ਦਿੰਦਾ, ਪਰ ਤੁਸੀਂ ਕਦੇ ਮੰਗਿਆ ਨਹੀਂ ਹੈ ਕਿ ਮੈਨੂੰ ਸਾਧੂਆਂ ਦੀ ਸੰਗਤ ਦਿਓ, ਮੈਨੂੰ ਸਤਿਗੁਰਾਂ ਦੀ ਸੰਗਤ ਬਖਸ਼ੋ। ਹੁਣ ਵੀ ਕਈ ਆਉਂਦੇ ਨੇ ਮੇਰੇ ਕੋਲੇ, ਮੈਂ ਇੱਕੋ ਬੇਨਤੀ ਕਰਾਂ ਤੁਹਾਨੂੰ। ਕਈ ਕਹਿੰਦੇ ਕੋਈ ਪੂਰਨ ਬ੍ਰਹਮ ਗਿਆਨੀ ਦੱਸੋ। ਮੈਂ ਕਿਹਾ ਇਹ ਗੱਲ ਹੈ, ਬ੍ਰਹਮ ਗਿਆਨੀ ਤਾਂ ਮੈਂ ਦੱਸ ਦਿੰਦਾ, ਪਰ ਵਰਤਣਾ ਔਖਾ ਹੁੰਦਾ, ਵਰਤ ਨਹੀਂ ਸਕਦੇ, ਕਿਉਂਕਿ ਇਹਦੀ ਟ੍ਰੇਨਿੰਗ ਬਹੁਤ ਵੱਡੀ ਹੈ। ਬ੍ਰਹਮ ਗਿਆਨੀ ਨਾਲ ਮਿਲ ਕੇ ਰਹਿਣਾ, ਇਹਨਾਂ ਨਾਲ ਚੱਲਣਾ ਬਹੁਤ ਔਖਾ।